ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਚਰਨ ਪਰਸੇ ਹਨ। ਗੁਰ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਆਪ ਜੀ ਨੇ ਹਾਜ਼ਰੀ ਭਰੀ ਹੈ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੋ ਸਤਿਗੁਰੂ ਸਾਹਿਬਾਨ ਜੀ ਦੇ ਮਹਾਨ ਪਾਵਨ ਇਤਿਹਾਸਕ ਸ਼ਾਸਤਰ ਸੁਸ਼ੋਭਿਤ ਹਨ, ਤਿੰਨਾਂ ਦੇ ਹਰ ਐਤਵਾਰ ਸਵੇਰ ਦੀ ਕਥਾ ਦੀ ਸਮਾਪਤੀ ਤੋਂ ਉਪਰੰਤ ਦਰਸ਼ਨ ਦੀਦਾਰ ਕਰਵਾਏ ਜਾਂਦੇ ਹਨ। ਸੋ ਆਪ ਸਿੱਖ ਸੰਗਤਾਂ ਨੂੰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਕਲ ਕਮਲਾਂ ਦੀ ਸ਼ੋਭ ਪ੍ਰਾਪਤ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਕਰਵਾਏ ਜਾ ਰਹੇ ਹਨ। ਆਪ ਜੀ ਜਿਸ ਮਹਾਨ ਪਾਵਨ ਸਥਾਨ 'ਤੇ ਹਾਜ਼ਰੀ ਭਰ ਰਹੇ ਹੋਏ ਇਸ ਪਾਵਨ ਅਸਥਾਨ ਦਾ ਨਾਮ ਹੈ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ। ਖਾਲਸਾ ਪੰਥ ਦਾ ਤੀਸਰਾ ਤਖ਼ਤ, ਖਾਲਸਾ ਪੰਥ ਦਾ ਪ੍ਰਗਟ ਸਥਾਨ। ਇਸ ਨਗਰ ਦਾ ਨਾਮ ਹੈ ਸ਼੍ਰੀ ਅਨੰਦਪੁਰ ਸਾਹਿਬ, ਜਿਸ ਨੂੰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 19 ਜੂਨ ਸੰਨ 1665 ਈਸਵੀ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਦੇ ਕੋਲੋਂ ਮੋਢੀ ਗੜਵਾ ਕਰਕੇ ਨਗਰ ਦੀ ਨੀਂਹ ਰੱਖੀ, ਨਗਰ ਵਸਾਇਆ ਔਰ ਆਪਣੇ ਪੂਜਨੀਕ ਮਾਤਾ ਨਾਨਕ ਜੀ ਦੇ ਨਾਮ 'ਤੇ ਇਸ ਨਗਰ ਦਾ ਨਾਮ ਰੱਖਿਆ ਚੱਕ ਮਾਤਾ ਨਾਨਕੀ ਜੀ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਨਗਰ ਵਿੱਚ ਚਰਨ ਪਾਏ। ਸਾਹਿਬਾਂ ਨੇ ਇਸ ਨੂੰ ਨਾਮ ਦਿੱਤਾ ਸ਼੍ਰੀ ਅਨੰਦਪੁਰ ਸਾਹਿਬ। 11 ਨਵੰਬਰ ਸੰਨ 1675 ਈਸਵੀ ਨੂੰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਈ। ਹਿੰਦ ਧਰਮ ਦੀ ਰੱਖਿਆ ਵਾਸਤੇ, ਤਿਲਕ ਜੰਝੂ ਦੀ ਸਲਾਮਤੀ ਵਾਸਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਸੀਸ ਕੁਰਬਾਨ ਕੀਤਾ। ਸਤਿਗੁਰੂ ਜੀ ਦਾ ਪਾਵਨ ਸੀਸ ਲੈ ਕਰਕੇ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਚੱਲ ਕਰਕੇ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਸਾਹਿਬਾਂ ਨੂੰ ਸੁਨੇਹਾ ਭੇਜਿਆ। ਸਤਿਗੁਰੂ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਸੁੰਦਰ ਵਿਮਾਨ ਸਜਾ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਸਤਿਗੁਰੂ ਜੀ ਦਾ ਪਾਵਨ ਸੀਸ ਸੋਹਣੇ ਵਿਮਾਨ 'ਚ ਸਜਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਲਿਆ ਕਰਕੇ ਅੰਤਿਮ ਸੰਸਕਾਰ ਕੀਤਾ। ਉਸ ਸਮੇਂ ਸਾਹਿਬਾਂ ਨੇ ਬਚਨ ਕੀਤੇ ਸਨ ਕਿ ਸਮਾਂ ਆਵੇਗਾ ਅਸੀਂ ਅਜਿਹਾ ਸਿੰਘ ਸਿੱਖ ਸਜਾਵਾਂਗੇ ਜਿਹੜਾ ਲੱਖਾਂ ਕਰੋੜਾਂ 'ਚ ਖਲੋਤਾ ਹੋਇਆ ਆਪਣੀ ਪਛਾਣ ਆਪ ਹੋਵੇਗਾ। 24 ਸਾਲ ਦਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰੀ ਕਰਦਿਆਂ ਲਾਇਆ। ਅਖੀਰ ਉਹ ਦਿਨ ਆਇਆ ਜਦੋਂ 30 ਮਾਰਚ ਇੱਕ ਵਿਸਾਖ ਸੰਨ 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਭੇਜੇ ਹੋਏ ਹੁਕਮਨਾਮੇ ਪੜ੍ਹ ਸੁਣ ਕਰਕੇ ਸਿੱਖ ਸੰਗਤਾਂ ਭਾਰੀ ਤਾਦਾਦ ਵਿੱਚ ਇਸ ਪਾਵਨ ਸਥਾਨ 'ਤੇ ਪਹੁੰਚੀਆਂ। 80,000 ਦਾ ਇਕੱਠ ਸਰਕਾਰੀ ਰਿਪੋਰਟਾਂ ਅਨੁਸਾਰ ਵਰਣਨ ਕੀਤਾ ਮਿਲਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਟੇਜ 'ਤੇ ਆ ਕਰਕੇ ਸਾਹਿਬਾਂ ਨੇ ਬਿਜਲੀ ਦੀ ਤਰ੍ਹਾਂ ਚਮਕਦੀ ਸ੍ਰੀ ਸਾਹਿਬ ਲੈ ਕੇ ਸਿੱਖ ਸੰਗਤਾਂ ਨੂੰ ਸੰਬੋਧਨ ਹੋ ਕੇ ਵੰਗਾਰ ਕਰਕੇ ਇੱਕ ਸਿੱਖ ਦੇ ਸੀਸ ਦੀ ਮੰਗ ਕੀਤੀ। ਸਤਿਗੁਰੂ ਪਾਤਸ਼ਾਹ ਦੇ ਕੋਲ ਇਹ ਬਚਨ ਸੁਣ ਕਰਕੇ ਸਿੱਖ ਸੰਗਤਾਂ ਵਿੱਚ ਇੱਕਦਮ ਸਨਾਟਾ ਛਾ ਗਿਆ, ਚੁੱਪ ਵਰਤ ਗਈ। ਦੂਜੀ ਵਾਰੀ ਸਤਿਗੁਰੂ ਪਾਤਸ਼ਾਹ ਨੇ ਫਿਰ ਉਹੀ ਬਚਨ ਦੁਹਰਾਇਆ, ਕੋਈ ਨਾ ਉੱਠਿਆ। ਤੀਜੀ ਵਾਰੀ ਕਹਿਣ 'ਤੇ ਲਾਹੌਰ ਨਿਵਾਸੀ ਭਾਈ ਦਇਆ ਰਾਮ ਜੀ ਉੱਠ ਕੇ ਹਾਜ਼ਰ ਹੋਏ। ਮਹਾਰਾਜ ਮੇਰਾ ਸੀਸ ਹਾਜ਼ਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਭਾਈ ਦਇਆ ਰਾਮ ਜੀ ਨੂੰ ਅੰਦਰ ਤੰਬੂ ਵਿੱਚ ਲੈ ਗਏ। ਸਾਹਿਬਾਂ ਨੇ ਤੇਗ ਦਾ ਵਾਰ ਕੀਤਾ। ਸੀਸ ਦੇ ਧੜ ਦੇ ਡਿੱਗਣ ਦੀ ਆਵਾਜ਼ ਬਾਹਰ ਸੁਣਾਈ ਦਿੱਤੀ। ਖੂਨ ਦੀ ਧਾਰ ਵਹਿ ਤੁਰੀ। ਬਾਹਰ ਬੈਠਿਆਂ ਦੇ ਮਨਾਂ ਵਿੱਚ ਹੋਰ ਜ਼ਿਆਦਾ ਘਬਰਾਹਟ ਬੇਚੈਨੀ ਪੈਦਾ ਹੋ ਗਈ। ਦੂਜੀ ਵਾਰੀ ਸਟੇਜ 'ਤੇ ਆ ਕੇ ਸਤਿਗੁਰੂ ਕਲਗੀਧਰ ਜੀ ਨੇ ਫਿਰ ਇੱਕ ਸਿੱਖ ਦੇ ਸੀਸ ਦੀ ਮੰਗ ਕੀਤੀ। ਹਸਤਨਾਪੁਰ ਦਿੱਲੀ ਨਿਵਾਸੀ ਭਾਈ ਧਰਮਦਾਸ ਜੀ ਉੱਠ ਕਰਕੇ ਹਾਜ਼ਰ ਹੋਏ। ਸਾਹਿਬਾਂ ਨੇ ਉਸ ਨੂੰ ਵੀ ਤੰਬੂ ਵਿੱਚ ਲਿਜਾ ਕਰਕੇ ਉਸ ਨਾਲ ਉਹੀ ਭਾਣਾ ਵਰਤਾਇਆ। ਤੀਜੀ ਵਾਰੀ ਭਾਈ ਹਿੰਮਤ ਰਾਏ ਜੀ, ਚੌਥੀ ਵਾਰੀ ਭਾਈ ਮੋਹਕਮ ਚੰਦ, ਪੰਜਵੀਂ ਵਾਰੀ ਭਾਈ ਸਾਹਿਬ ਚੰਦ ਜੀ। 5 ਗੁਰਸਿੱਖਾਂ ਨੇ ਸਾਹਿਬਾਂ ਨੂੰ ਆਪਣੇ ਸੀਸ ਭੇਟਾ ਕੀਤੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਆਤਮ ਸੱਤਿਆ ਦੁਆਰਾ ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜਵਾਲੇ ਦੇ ਮਹਾਂਵਾਕਾਂ ਅਨੁਸਾਰ 5 ਗੁਰਸਿੱਖਾਂ ਨੂੰ ਜੀਵਨ ਦਾਨ ਬਖਸ਼ਿਸ਼ ਕੀਤਾ। ਜਿਸ 2 ਧਾਰੇ ਖੰਡੇ ਦੇ ਨਾਲ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਵਾਰੀ ਇਸ ਪਾਵਨ ਸਥਾਨ 'ਤੇ ਅੰਮ੍ਰਿਤ ਤਿਆਰ ਕਰਕੇ ਉਹਨਾਂ 5 ਗੁਰਸਿੱਖਾਂ ਨੂੰ ਛਕਾਇਆ। ਆਓ ਸਾਧ ਸੰਗਤ ਜੀ ਉਸ ਮਹਾਨ ਪਾਵਨ
ਇਤਿਹਾਸਕ ਖੰਡੇ ਦੇ ਤੇ ਬਾਕੀ ਇਤਿਹਾਸਕ ਸ਼ਾਸਤਰਾਂ ਦੇ ਦਰਸ਼ਨ ਕਰੀਏ, ਨਾਲ ਨਾਲ ਸੰਖੇਪ ਇਤਿਹਾਸ ਤੋਂ ਜਾਣੂ ਹੋਈਏ ਜੀ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ 'ਚ 2 ਧਾਰਾ ਫੁਲਾਦੀ ਖੰਡਾ ਹੈ, ਜਿਸ ਦੀ ਸ਼ੋਅ ਵਿੱਚੋਂ ਪੰਥ ਦੇ ਵਾਲੇ ਕਲਗੀਧਰ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀਰ ਆਸਣ ਲਾ ਕਰਕੇ 5 ਬਾਣੀਆਂ ਦਾ ਪਾਠ ਕਰਕੇ ਸਤਲੁਜ ਦਾ ਸਵੱਛ ਜਲ ਵਗਵਾ ਕੇ ਸਰਬਲੋਹ ਦੇ ਬਾਟੇ ਵਿੱਚ ਪਾ ਕਰਕੇ ਇਸ 2 ਧਾਰੇ ਖੰਡੇ ਨੂੰ ਫੇਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਨੇ ਆਬੇ ਹਯਾਤ ਅੰਮ੍ਰਿਤ ਤਿਆਰ ਕੀਤਾ। 5 ਗੁਰਸਿੱਖਾਂ ਨੂੰ ਛਕਾਇਆ, ਉਹਨਾਂ ਦੇ ਨਾਵਾਂ ਦੇ ਨਾਲ ਸਿੰਘ ਸ਼ਬਦ ਲਾਇਆ ਔਰ ਪਦਵੀ ਬਖਸ਼ਿਸ਼ ਕੀਤੀ, ਤੁਸੀਂ ਸਾਡੇ 5 ਪਿਆਰੇ ਹੋ। 5 ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਸਾਨੂੰ ਵੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੋ। ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ 5 ਸਿੰਘਾਂ ਵੱਲੋਂ ਅੰਮ੍ਰਿਤ ਦੀ ਦਾਤ ਬਖਸ਼ੀ ਗਈ। ਸਤਿਗੁਰੂ ਸਾਹਿਬ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜੇ। ਭਾਈ ਸਾਹਿਬ ਜੀ ਦੇ ਖੱਬੇ ਹੱਥ ਜੋ ਪਾਵਨ ਸ਼ਸਤਰ, ਇਸ ਦਾ ਨਾਮ ਹੈ ਕਟਾਰ। ਪੰਥ ਦੇ ਵਾਲੀ ਕਲਗੀਧਰ ਸਾਹਿਬ ਜੀ ਦੇ ਕਮਰ ਕੱਸੇ ਦਾ ਸ਼ਸਤਰ ਹੈ। ਜੰਗ ਯੁੱਧ ਦੇ ਮੈਦਾਨ ਵਿੱਚ ਜਾਂ ਕਿਸੇ ਖੂੰਖਾਰ ਸ਼ੇਰ ਚੀਤੇ ਦਾ ਉਧਾਰ ਕਰਨ ਵਾਸਤੇ ਸਤਿਗੁਰੂ ਕਲਗੀਧਰ ਜੀ ਇਸ ਸ਼ਸਤਰ ਦੀ ਵਰਤੋਂ ਕਰਦੇ ਸਨ। ਬੜਾ ਤਿੱਖਾ, ਭਰਵਾਂ ਤੇ ਗਹਿਰਾ ਵਾਰ ਕਰਨ ਵਾਲਾ ਇਹ ਪਾਵਨ ਸ਼ਸਤਰ ਹੈ, ਜਿਸ ਦਾ ਨਾਮ ਹੈ ਕਟਾਰ। ਇਹ ਦੋਵੇਂ ਹੀ ਪਾਵਨ ਸ਼ਸਤਰ 2 ਧਾਰਾ ਫੁਲਾਦੀ ਖੰਡਾ ਔਰ ਕਟਾਰ ਪੰਥ ਦੇ ਵਾਲੇ ਕਲਗੀਧਰ ਪਾਤਸ਼ਾਹ ਜੀ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਇਸ ਪਾਵਨ ਸ਼ਸਤਰ ਦਾ ਨਾਮ ਹੈ ਨਗਨੀ ਬਰਛਾ। ਇਸ ਦੀ ਬੰਤਰ ਤੋਂ ਇਸ ਦਾ ਨਾਮ ਤਜਵੀਜ਼ ਕੀਤਾ ਗਿਆ। ਸੰਨ 1700 ਦੇ ਅੰਦਰ 22 ਧਾਰ ਦੇ ਪਹਾੜੀ ਰਾਜਿਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਜਦੋਂ ਆਪਣੇ ਭੈੜੇ ਮਨਸੂਬੇ ਵਿੱਚ ਕਾਮਯਾਬ ਨਾ ਹੋਏ, ਨਾ ਇੱਕ ਵਿਉਂਤ ਬਣਾਈ ਕਿ ਗੁਰੂ ਕਲਗੀਧਰ ਜੀ ਦਾ ਸ਼ਸਤਰਖਾਨਾ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਅੰਦਰ ਹੈ, ਉੱਥੇ ਹਮਲਾ ਕਰਕੇ ਕਬਜ਼ਾ ਕਰ ਲਿਆ ਜਾਏ। ਇਸ ਵਿਉਂਤਬੰਦੀ ਨੂੰ ਸਿਰੇ ਚੜਾਉਣ ਵਾਸਤੇ ਉਹਨੇ ਇੱਕ ਹਾਥੀ ਤਿਆਰ ਕੀਤਾ, ਜਿਸ ਨੂੰ ਸ਼ਰਾਬ ਪਿਆ ਕਰਕੇ ਬੜਾ ਮਸਤ ਕਰਕੇ ਮੱਥੇ ਵਿੱਚ ਲੋਹੇ ਦੀਆਂ ਤਵੀਆਂ ਬੰਨ੍ਹ ਦਿੱਤੀਆਂ ਗਈਆਂ। ਹਾਥੀ ਨੂੰ ਲੈ ਕੇ ਆਪਣੀਆਂ ਫੌਜਾਂ ਸਮੇਤ ਕਿਲ੍ਹਾ ਲੋਹਗੜ੍ਹ ਸਾਹਿਬ ਦੀ ਤਰਫ ਨੂੰ ਚੱਲੇ। ਕਲਗੀਧਰ ਪਾਤਸ਼ਾਹ ਜੀ ਨੂੰ ਖਬਰ ਹੋਈ। ਸਾਹਿਬਾਂ ਨੇ ਆਪਣੇ ਸੂਰਬੀਰ ਯੋਧੇ ਬਹਾਦਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ ਇਹ ਪਾਵਨ ਨਾਗਰੀ ਬਰਛਾ ਬਖਸ਼ਿਸ਼ ਕਰਕੇ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਭੇਜਿਆ। ਭਾਈ ਸਾਹਿਬ ਜੀ ਘੋੜੇ ਤੇ ਸਵਾਰ ਸਨ, ਕਿਲ੍ਹੇ ਵਿੱਚ ਪਹੁੰਚੇ। ਜਦੋਂ ਹੀ ਮਸਤ ਹਾਥੀ ਨਸ਼ੇ 'ਚ ਝੂਮਦਾ ਹੋਇਆ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਦਰਵਾਜ਼ੇ ਨੂੰ ਟੱਕਰ ਮਾਰਨ ਵਾਸਤੇ ਅੱਗੇ ਵਧਿਆ। ਭਾਈ ਸਾਹਿਬ ਜੀ ਘੋੜੇ ਤੇ ਸਵਾਰ ਸਨ। ਘੋੜੇ ਦੀ ਕਾਠੀ ਤੋਂ ਉੱਠ ਕੇ ਘੋੜੇ ਦੀਆਂ ਰਕਾਬਾਂ 'ਚ ਪੈਰ ਪਾ ਕਰਕੇ ਦੋਵਾਂ ਹੱਥਾਂ ਦੇ ਬਲ ਨਾਲ ਬੜਾ ਭਰਵਾਂ ਤਿੱਖਾ ਵਾਰ ਹਾਥੀ ਦੇ ਮੱਥੇ ਵਿੱਚ ਕੀਤਾ। 2 ਫੁੱਟ 9 ਇੰਚ ਲੰਮਾ ਫਾਲਾ ਲੋਹੇ ਦੀਆਂ ਤਵੀਆਂ ਨੂੰ ਚੀਰਦਾ ਹੋਇਆ ਹਾਥੀ ਦੇ ਮੱਥੇ ਵਿੱਚ ਧੱਸ ਗਿਆ। ਮਦਾਨੇ ਦੀ ਤਰ੍ਹਾਂ ਰਿੜਕ ਕਰਕੇ ਭਾਈ ਸਾਹਿਬ ਨੇ ਨਗਨੀ ਬਰਛਾ ਪਿਛਾਂਹ ਖਿੱਚਿਆ। ਹਾਥੀ ਦੇ ਮੱਥੇ ਵਿੱਚੋਂ ਖੂਨ ਦੇ ਫੁਹਾਰੇ ਵਹਿ ਤੁਰੇ। ਹਾਥੀ ਝੰਗਾੜਦਾ, ਚੀਕਾਂ ਮਾਰਦਾ, ਆਪਣੀ ਹੀ ਫੌਜ ਨੂੰ ਦੜਦਾ ਹੋਇਆ ਮਲਦਾ ਹੋਇਆ ਪਿਛਾਂਹ ਨੂੰ ਨੱਸ ਗਿਆ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੀ ਜਿੱਤ ਹੋਈ। ਭਾਈ ਸਾਹਿਬ ਜੀ ਦੀ ਬਹਾਦਰੀ ਦਾ ਪ੍ਰਤੀਕ ਨਗਨੀ ਬਰਛਾ ਤਖਤ ਸਾਹਿਬ ਵਿਖੇ ਸੁਭਾਇਮਾਨ ਹੈ ਜੀ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਇਸ ਪਾਵਨ ਸ਼ਸਤਰ ਦਾ ਨਾਮ ਹੈ ਕਰਪਾ ਬਰਛਾ। ਕਰ ਨਾਮ ਹੁੰਦਾ ਹੈ ਹੱਥ ਦਾ। ਹੱਥ ਦੀ ਤਲੀ ਤਰ੍ਹਾਂ ਚੌੜਾ ਹੋਣ ਕਰਕੇ ਇਸ ਦਾ ਨਾਮ ਕਰਪਾ ਬਰਛਾ ਹੈ। ਇਸ ਨਾਲ 2 ਸਾਖੀਆਂ ਪ੍ਰਚਲਿਤ ਨੇ। ਪਹਿਲੀ ਦਫਾ ਸੰਨ 1677 ਦੇ ਵਿੱਚ ਪੰਥ ਵਾਲੇ ਕਲਗੀਧਰ ਪਾਤਸ਼ਾਹ ਜੀ ਆਪਣਾ ਆਨੰਦ ਕਾਰਜ ਕਰਾਉਣ ਵਾਸਤੇ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਪਹੁੰਚੇ। ਸਿੱਖ ਸੰਗਤਾਂ ਬੇਨਤੀ ਕੀਤੀ, ਮਹਾਰਾਜ ਇੱਥੇ ਪਾਣੀ ਦੀ ਬਹੁਤ ਘਾਟ, ਕਿਰਪਾ ਕਰਕੇ ਜਲ ਬਖਸ਼ੋ। ਸਾਹਿਬਾਂ ਨੇ ਪਥਰੀਲੀ ਧਰਤੀ 'ਚ 3 ਵਾਰੀ ਇਸ ਬਰਛੇ ਦਾ ਵਾਰ ਕੀਤਾ, ਜਿੱਥੋਂ 3 ਧਾਰਾਂ ਨਿਰਮਲ ਜਲ ਦੀਆਂ ਫੁੱਟੀਆਂ। ਅੱਜ ਉੱਥੇ ਗੁਰਦੁਆਰਾ ਤਰਵੈਣੀ ਸਾਹਿਬ ਸੁਸ਼ੋਭਿਤ ਹੈ। ਸਿੱਖ ਸੰਗਤਾਂ ਜਲ ਛਕ ਕਰਕੇ ਸ਼ਾਂਤੀ ਪ੍ਰਾਪਤ ਕਰਦੀਆਂ ਹਨ। ਦੂਸਰੀ ਸਾਖੀ ਹੈ, ਜਦੋਂ 22 ਧਾਰ ਦੇ ਪਹਾੜੀ ਰਾਜੇ ਹਾਥੀ ਵਾਲੀ ਚਾਲ ਵਿੱਚ ਫੇਲ ਹੋ ਗਏ, ਉਹਨਾਂ ਇੱਕ ਫੇਰ ਮੀਟਿੰਗ ਬੁਲਾਈ। ਮੀਟਿੰਗ ਵਿੱਚ ਰਾਜਾ ਕੇਸਰੀ ਚੰਦ, ਜੋ ਰਾਜਾ ਭੀਮ ਚੰਦ ਦਾ ਸਾਲਾ ਸੀ, ਉਸਨੇ ਫੜ ਮਾਰੀ ਦਾਅਵਾ ਕੀਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਕੇ ਲੈ ਕੇ ਆਵਾਂਗਾ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ। ਆਪਣੀਆਂ ਫੌਜਾਂ ਸਮੇਤ ਕਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਰਫ ਨੂੰ ਵਧਿਆ। ਕਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਉਦੈ ਸਿੰਘ ਜੀ, ਉਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਥਾਪੜਾ ਬਖਸ਼ਿਸ਼ ਕੀਤਾ ਔਰ ਇਹ ਕਰਪਾ ਬਰਛਾ ਬਖਸ਼ਿਸ਼ ਕਰਕੇ ਵਚਨ ਕੀਤਾ ਕਿ ਦੁਸ਼ਟ ਰਾਜੇ ਦਾ ਸਿਰ ਵੱਢ ਕੇ
ਇਸ ਬਰਛੇ ਦੀ ਨੋਕ ਤੇ ਟੰਗ ਕਰਕੇ ਸਾਡੇ ਪਾਸ ਲੈ ਕਰਕੇ ਆਉਣਾ। ਭਾਈ ਸਾਹਿਬ ਭਾਈ ਉਦੈ ਸਿੰਘ ਜੀ ਆਪਣੇ ਸਾਥੀਆਂ ਸਮੇਤ ਜੰਗ ਦੇ ਮੈਦਾਨ ਵਿੱਚ ਪਹੁੰਚੇ। ਵੈਰੀਆਂ ਦੇ ਵਾਰਾਂ ਤੋਂ ਬਚਦੇ ਹੋਏ ਨੇੜੇ ਜਾ ਕਰਕੇ ਤੇਗੇ ਦੇ ਵਾਰ ਨਾਲ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕਰਕੇ ਧਰਤੀ ਤੇ ਸੁੱਟਿਆ। ਇਸ ਬਰਛੇ ਦੀ ਨੋਕ ਤੇ ਟੰਗ ਕਰਕੇ ਜਦੋਂ ਭਾਈ ਸਾਹਿਬ ਪਛਾਹ ਨੂੰ ਮੋੜੇ, ਪਿੱਛੋਂ ਪਹਾੜੀਆਂ ਨੇ ਵਾਰ ਕੀਤੇ, ਗੋਲੀਆਂ ਤੇ ਤੀਰਾਂ ਦੀ ਵਰਖਾ ਕੀਤੀ। 2 ਗੋਲੀਆਂ ਇਸ ਬਰਛੇ ਦੇ ਆ ਕਰਕੇ ਲੱਗੀਆਂ, ਇੱਕ ਅਗਲੇ ਪਾਸੇ ਪੱਤੇ ਤੇ ਔਰ ਇੱਕ ਪਿਛਲੇ ਪਾਸੇ ਮੁੱਠੇ ਤੇ। 2 ਗੋਲੀਆਂ ਦੇ ਨਿਸ਼ਾਨ ਅੱਜ ਵੀ ਸਾਫ਼ ਦਿਖਾਈ ਦਿੰਦੇ ਹਨ। ਭਾਈ ਸਾਹਿਬ ਜੀ ਦੁਸ਼ਟ ਰਾਜੇ ਕੇਸਰੀ ਚੰਦ ਦਾ ਵੱਢਿਆ ਸਿਰ ਇਸ ਬਰਛੇ ਤੇ ਟੰਗ ਕਰਕੇ ਕਲਗੀਧਰ ਪਾਤਸ਼ਾਹ ਦੇ ਹਜ਼ੂਰ ਹਾਜ਼ਰ ਹੋਏ। ਸਤਿਗੁਰੂ ਪਾਤਸ਼ਾਹ ਨੇ ਥਾਪੜਾ ਬਖਸ਼ਿਆ। ਭਾਈ ਸਾਹਿਬ ਭਾਈ ਉਦੈ ਸਿੰਘ ਜੀ ਦੀ ਬਹਾਦਰੀ ਦਾ ਪ੍ਰਤੀਕ ਹੈ ਕਿਰਪਾ ਬਰਛਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋਭਾ ਪਾ ਰਿਹਾ ਹੈ ਜੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਇਸ ਪਾਵਨ ਸ਼ਸਤਰ ਦਾ ਨਾਮ ਹੈ ਬੰਦੂਕ। ਕਿਸੇ ਗੁਰਸਿੱਖ ਪਿਆਰੇ ਨੇ ਬੜੀ ਸ਼ਰਧਾ ਭਾਵਨਾ ਤਿਆਰ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਭੇਟਾ ਕੀਤੀ। ਇਸ ਦੀ ਬੈਰਲ ਦੇ ਉੱਪਰ ਉਰਦੂ ਅੱਖਰਾਂ ਦੇ ਵਿੱਚ ਉਕਰਿਆ ਹੋਇਆ ਲਿਖਿਆ ਹੋਇਆ ਹੈ ਕਿ ਕਾਰਖਾਨਾ ਲਾਹੌਰ, ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਤਿਆਰ ਹੋਈ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਈ ਜੰਗਾਂ ਯੁੱਧਾਂ ਵਿੱਚ ਇਸ ਬੰਦੂਕ ਦੀ ਵਰਤੋਂ ਕੀਤੀ। ਇਸ ਦਾ ਨਿਸ਼ਾਨਾ ਬੜਾ ਅਚੁੱਕ ਹੋਇਆ ਕਰਦਾ ਸੀ। ਇਹ ਪਾਵਨ ਬੰਦੂਕ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਜੀ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਇਮਾਨ ਹੈ ਜੀ। ਬੋਲੇ ਸੋ ਨਿਹਾਲ। ਇਸ ਪਾਵਨ ਸ਼ਸਤਰ ਦਾ ਨਾਮ ਹੈ ਸੈਫ, ਦੂਸਰਾ ਨਾਮ ਹੈ ਜ਼ੁਲਫਕਾਰ। 1550 ਸਾਲ ਤੋਂ ਪੁਰਾਣਾ ਇਹ ਇਤਿਹਾਸਕ ਸ਼ਸਤਰ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਦਮਾਦ ਹਜ਼ਰਤ ਅਲੀ ਨੂੰ ਇਹ ਸ਼ਸਤਰ ਬਖਸ਼ਿਸ਼ ਕੀਤਾ। ਹਜ਼ਰਤ ਅਲੀ ਦੇ 2 ਪੁੱਤਰ ਸਨ, ਹਸਨ ਤੇ ਹੁਸੈਨ। ਕਰਬਲਾ ਦੇ ਮੈਦਾਨ ਦੇ ਵਿੱਚ ਮੁਸਲਮਾਨਾਂ ਦਾ ਯੁੱਧ ਹੋਇਆ, ਜਿੱਥੇ ਹੁਸੈਨ ਦੀ ਸ਼ਹੀਦੀ ਹੋ ਗਈ। ਉਸ ਦੀ ਸ਼ਹੀਦੀ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਬੀਬੀ ਫਾਤਮਾ ਨੇ ਆਪਣੇ ਪਤੀ ਔਰ ਪੁੱਤਰ ਦੀ ਯਾਦ ਵਿੱਚ ਇਹ ਪਾਵਨ ਸ਼ਸਤਰ ਮੱਕੇ ਵਿਖੇ ਭੇਟਾ ਕਰ ਦਿੱਤਾ। ਮੱਕੇ ਦੇ ਮੁਜਾਬਰਾਂ ਖਲੀਫਿਆਂ ਦੇ ਵੱਲੋਂ ਲੰਮਾ ਸਮਾਂ ਇਸ ਦੀ ਸੇਵਾ ਸੰਭਾਲ ਕੀਤੀ ਜਾਂਦੀ ਰਹੀ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਜਦੋਂ ਮੱਕੇ ਦੀ ਯਾਦ ਕਰਨ ਵਾਸਤੇ ਗਿਆ ਤਾਂ ਉੱਥੋਂ ਦੇ ਸੇਵਾਦਾਰਾਂ ਖਲੀਫਿਆਂ ਨੇ ਇਹ ਜਾਣ ਕਰਕੇ ਕਿ ਔਰੰਗਜ਼ੇਬ ਨੇ ਇਸਲਾਮ ਦੀ ਬੜੀ ਵੱਡੀ ਸੇਵਾ ਕੀਤੀ, ਇਸਲਾਮ ਨੂੰ ਫੈਲਾਇਆ ਹੈ, ਸਰੋਪੇ ਦੇ ਵਜੋਂ ਇਹ ਪਾਵਨ ਸ਼ਸਤਰ ਔਰੰਗਜ਼ੇਬ ਨੂੰ ਬਖਸ਼ਿਸ਼ ਕਰ ਦਿੱਤਾ। ਔਰੰਗਜ਼ੇਬ ਦੇ ਤੋਸ਼ੇਖਾਨੇ 'ਚ ਇਹ ਸ਼ਸਤਰ ਲੰਮਾ ਸਮਾਂ ਸਾਂਭਿਆ ਰਿਹਾ। ਉਹਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਦਿੱਲੀ ਦੇ ਤਖਤ ਵਾਸਤੇ ਯੁੱਧ ਛਿੜਿਆ। ਇੱਕ ਪਾਸੇ ਤਾਰਾ ਆਜ਼ਮ, ਦੂਸਰੇ ਪਾਸੇ ਸ਼ਹਿਜ਼ਾਦਾ ਮੁਅੱਜ਼ਮ। ਸ਼ਹਿਜ਼ਾਦਾ ਮੁਅੱਜ਼ਮ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਰਾਹੀਂ ਕਲਗੀਧਰ ਪਾਤਸ਼ਾਹ ਕੋਲੋਂ ਮਦਦ ਮੰਗੀ, ਸਾਹਿਬਾਂ ਸਹਾਇਤਾ ਕੀਤੀ। ਤਾਰਾ ਆਜ਼ਮ ਜੰਗ ਦੇ ਮੈਦਾਨ 'ਚ ਮਾਰਿਆ ਗਿਆ। ਸ਼ਹਿਜ਼ਾਦਾ ਮੁਅੱਜ਼ਮ ਦੀ ਫਤਿਹ ਹੋਈ। ਸ਼ਹਿਜ਼ਾਦਾ ਮੁਅੱਜ਼ਮ ਨੇ ਆਪਣਾ ਨਾਮ ਬਦਲ ਕਰਕੇ ਬਹਾਦਰ ਸ਼ਾਹ ਰੱਖਿਆ। ਆਗਰੇ ਦੇ ਕਿਲੇ ਵਿੱਚ ਆਪਣੀ ਤਾਜਪੋਸ਼ੀ ਦੇ ਸਮੇਂ ਉਸਨੇ ਕਲਗੀਧਰ ਪਾਤਸ਼ਾਹ ਜੀ ਨੂੰ ਸੁਨੇਹਾ ਭੇਜ ਕਰਕੇ ਸੱਦਿਆ ਕਿ ਮਹਾਰਾਜ ਜੀ ਦਰਸ਼ਨ ਬਖਸ਼ੋ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਗਰੇ ਦੇ ਕਿਲੇ ਵਿੱਚ ਪਹੁੰਚੇ। ਬਾਦਸ਼ਾਹ ਬਹਾਦਰ ਸ਼ਾਹ ਨੇ ਬੜੇ ਅਦਬ ਸਤਿਕਾਰ ਨਾਲ ਇਹ ਪਾਵਨ ਸ਼ਸਤਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਭੇਟਾ ਕੀਤਾ। ਇਸ ਪਾਵਨ ਸ਼ਸਤਰ ਦੇ ਉੱਪਰ ਇਸਲਾਮੀ ਮਜ਼ਹਬ ਦੇ ਧਾਰਮਿਕ ਚਿੰਨ੍ਹ ਉਕਰੇ ਹੋਏ ਹਨ, ਸੂਰਜ, ਚੰਦਰਮਾ, ਤਾਰੇ, ਔਰ ਸੁਨਹਿਰੀ ਅੱਖਰਾਂ ਵਿੱਚ ਕੁਰਾਨ ਸ਼ਰੀਫ ਦੀਆਂ ਆਇਤਾਂ ਅਰਬੀ ਬੋਲੀ ਦੇ ਵਿੱਚ ਉਕਰੀਆਂ ਹੋਈਆਂ ਹਨ। ਸੋ ਇਹ ਪਾਵਨ ਸ਼ਸਤਰ ਜਿਸ ਦਾ ਨਾਮ ਹੈ ਸੈਫ, ਦੂਸਰਾ ਨਾਮ ਹੈ ਜ਼ੁਲਫਕਾਰ, ਪੰਥ ਵਾਲੀ ਕਲਗੀਧਰ ਪਾਤਸ਼ਾਹ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋਭਾ ਪਾ ਰਿਹਾ ਹੈ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ 'ਚ ਜੋ ਪਾਵਨ ਸ਼ਸਤਰ ਹੈ ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ। ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਨੇ ਲੋਹੇ ਦੀ ਸੰਜੋਗ ਆਪਣੇ ਸਰੀਰ ਤੇ ਪਾਈ ਹੁੰਦੀ ਸੀ। ਜਦੋਂ ਹੋਰ ਕਿਸੇ ਸ਼ਸਤਰ ਦਾ ਵਾਰ ਗੁਰੂ ਪਾਤਸ਼ਾਹ ਲੋਹੇ ਦੀ ਸੰਜੋਗ, ਲੋਹੇ ਦੇ ਕੋਟ ਨੂੰ ਕੱਟਣ ਵਾਸਤੇ ਇਸ ਸ਼ਸਤਰ ਦੀ ਵਰਤੋਂ ਕਰਦੇ ਸਨ। ਭਾਈ ਸਾਹਿਬ ਜੀ ਦੇ ਖੱਬੇ ਹੱਥ ਜੋ ਪਾਵਨ ਸ਼ਸਤਰ ਇਸ ਦਾ ਨਾਮ ਹੈ ਦਾਹੇ ਆਹੇ ਨੇ। ਵੈਰੀਆਂ ਨੇ ਜੰਗ ਦੇ ਮੈਦਾਨ 'ਚ ਲੋਹੇ ਦੇ ਟੋਪ ਆਪਣੇ ਸਿਰਾਂ 'ਤੇ ਪਾਏ ਹੁੰਦੇ ਸਨ ਤਾਂ ਸਤਿਗੁਰੂ ਪਾਤਸ਼ਾਹ ਜੀ ਇਸ ਸ਼ਸਤਰ ਦਾ ਵਾਰ ਕਰਕੇ ਲੋਹੇ ਦੇ ਟੋਪ ਨੂੰ ਕੱਟ ਕਰਕੇ ਵੈਰੀ ਨੂੰ ਸਦਾ ਦੀ ਨੀਂਦ ਸੁਆਉਂਦਿਆ ਕਰਦੇ ਸਨ।
ਇਹ ਦੋਵੇਂ ਹੀ ਪਾਵਨ ਸ਼ਸਤਰ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਦੇ ਕਮਰ ਕੱਸੇ ਦੇ ਸ਼ਸਤਰ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ ਜੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ ਜੋ ਪਾਵਨ ਸ਼ਸਤਰ ਹੈ, ਇਸ ਦਾ ਨਾਮ ਹੈ ਸੁਨਹਿਰੀ ਚੱਕਰ। ਕਿਸੇ ਗੁਰਸਿੱਖ ਪਿਆਰੇ ਨੇ 22 ਪੌੜੀਆਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਉਕਰ ਕਰਕੇ ਇਹ ਪਾਵਨ ਸ਼ਸਤਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਭੇਟਾ ਕੀਤਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਸਤਰਾਂ ਔਰ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਕਰਦਿਆਂ ਸਾਨੂੰ ਪ੍ਰੇਰਨਾ ਬਖਸ਼ੀ ਔਰ ਇਹ ਪਾਵਨ ਸ਼ਸਤਰ ਸਾਹਿਬ ਨੇ ਆਪਣੇ ਸੀਸ ਤੇ ਦੁਮਾਲੇ ਵਿੱਚ ਸਜਾਇਆ। ਭਾਈ ਸਾਹਿਬ ਜੀ ਦੇ ਖੱਬੇ ਹੱਥ 'ਚ ਜੋ ਪਾਵਨ ਸ਼ਸਤਰ ਹੈ, ਇਸ ਦਾ ਨਾਮ ਹੈ ਢਾਲ। ਜੰਗ ਦੇ ਮੈਦਾਨ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਸ ਦੀ ਵਰਤੋਂ ਕਰਦੇ ਸਨ। 350 ਸਾਲ ਪੁਰਾਣੀ ਇਹ ਢਾਲ ਗੈਂਡੇ ਦੇ ਚੰਮ ਦੀ ਬਣੀ ਹੋਈ ਬੜੀ ਮਜ਼ਬੂਤ ਹੈ, ਅੱਜ ਵੀ ਨਵੀਂ ਹੈ। ਇਹ ਦੋਵੇਂ ਹੀ ਪਾਵਨ ਸ਼ਸਤਰ ਪੰਥ ਦੇ ਵਾਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸ਼ੋਭਾ ਪਾ ਰਹੇ ਹਨ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ 'ਚ ਜੋ ਪਾਵਨ ਸ਼ਸਤਰ, ਇਸ ਦਾ ਨਾਮ ਹੈ ਬਰਛਾ। ਵਜਨ ਵਿੱਚ ਕਾਫੀ ਭਾਰੀ ਹੈ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹਾਥੀ ਤੇ ਸਵਾਰ ਹੋ ਕਰਕੇ ਜੰਗ ਦੇ ਮੈਦਾਨ ਵਿੱਚ ਜਾਂ ਕਿਸੇ ਖੂੰਖਾਰ ਸ਼ੇਰ ਚੀਤੇ ਦਾ ਉਧਾਰ ਕਰਨ ਵਾਸਤੇ ਇਸ ਪਾਵਨ ਸ਼ਸਤਰ ਦੀ ਵਰਤੋਂ ਕਰਿਆ ਕਰਦੇ ਸਨ। ਭਾਈ ਸਾਹਿਬ ਜੀ ਦੇ ਖੱਬੇ ਹੱਥ ਜੋ ਪਾਵਨ ਸ਼ਸਤਰ, ਇਸ ਦਾ ਨਾਮ ਹੈ ਬਰਛੀ। ਘੋੜੇ ਤੇ ਸਵਾਰ ਹੋ ਕਰਕੇ ਜਾਂ ਜੰਗ ਦੇ ਵਿੱਚ ਹੱਥੋਂ ਹੱਥੀ ਦੀ ਲੜਾਈ ਵਿੱਚ ਇਸ ਸ਼ਸਤਰ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਪਾਵਨ ਸ਼ਸਤਰ ਬਰਛਾ ਔਰ ਬਰਛੀ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਜੀ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਐਸੇ ਦੀਨ ਦਿਆਲ ਮੇਰੀ ਪੀਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸ ਪਾਵਨ ਸ਼ਸਤਰ ਦਾ ਨਾਮ ਹੈ ਤੇਗਾ। ਇਸ ਦੀ ਲੰਬਾਈ ਹੈ 46 ਇੰਚ। ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਗਾਤਰੇ ਦਾ ਤੇਗਾ ਹੈ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਹਯਾਤੀ ਜੀਵਨ ਕਾਲ 4 ਵੱਡੇ ਮਹਾਨ ਯੁੱਧ ਕੀਤੇ। ਚਵਾਂ ਦੇ ਵਿੱਚ ਹੀ ਬੜੀ ਭਾਰੀ ਫਤਿਹ ਹਾਸਲ ਕੀਤੀ, ਵੈਰੀਆਂ ਨੂੰ ਹਾਰ ਦਿੱਤੀ। ਸੋ ਇਹ ਪਾਵਨ ਸ਼ਸਤਰ ਜਿਸ ਦਾ ਨਾਮ ਹੈ ਤੇਗਾ, ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਗਾਤਰੇ ਦਾ ਤੇਗਾ ਸਾਹਿਬਾਂ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋਭਾ ਪਾ ਰਿਹਾ ਹੈ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ 'ਚ ਜੋ ਸ੍ਰੀ ਸਾਹਿਬ ਹੈ, ਤਿਲਕ ਜਨਿਉ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ। ਐਸੇ ਦੀਨ ਦਿਆਲ ਅਮਰ ਸ਼ਹੀਦ ਧੰਨ 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 ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਇਸ ਦੀ ਲੰਬਾਈ ਹੈ 36 ਇੰਚ। ਇਸ ਦੇ ਉੱਪਰ ਉਕਰਿਆ ਹੋਇਆ ਹੈ ਗੁਰੂ ਤੇਗ ਬਹਾਦਰ। ਬਿਕਰਮੀ ਸੰਮਤ 1713। ਭਾਈ ਸਾਹਿਬ ਜੀ ਦੇ ਖੱਬੇ ਹੱਥ 'ਚ ਜੋ ਪਾਵਨ ਸ਼ਸਤਰ ਹੈ, ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ, ਜਿਸ ਦੇ ਉੱਪਰ ਉਕਰਿਆ ਹੋਇਆ ਹੈ ਸ੍ਰੀ ਭਗਉਤੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾਸ। ਦੂਸਰੇ ਪਾਸੇ ਵੀ ਗੁਰਮੁਖੀ ਵਿੱਚ ਉਕਰਿਆ ਹੋਇਆ ਹੈ ਪਾਤਸ਼ਾਹੀ ਦਾਸ। ਇਹ ਦੋਵੇਂ ਹੀ ਪਾਵਨ ਸ਼ਸਤਰ ਸਤਿਗੁਰੂ ਪਾਤਸ਼ਾਹ ਜੀ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ ਜੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਜੀ ਦੇ ਸੱਜੇ ਹੱਥ ਜੋ ਸ੍ਰੀ ਸਾਹਿਬ ਹੈ, ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਇਸ ਦੇ ਉੱਪਰ ਉਕਰਿਆ ਹੋਇਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਤਲਵਾਰ ਹੈਗੀ, ਵਧੇ ਦੇਗ ਤੇ ਜਾਂ ਤੇਗ ਤੇ। ਭਾਈ ਸਾਹਿਬ ਜੀ ਦੇ ਖੱਬੇ ਹੱਥ ਜੋ ਸ੍ਰੀ ਸਾਹਿਬ ਹੈ, ਇਹ ਵੀ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਇਹ ਦੋਵੇਂ ਹੀ ਪਾਵਨ ਸ੍ਰੀ ਸਾਹਿਬਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਾਤਰੇ ਦੀਆਂ ਸ੍ਰੀ ਸਾਹਿਬਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਇਮਾਨ ਹਨ ਜੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਇਸ ਪਾਵਨ ਸ਼ਸਤਰ ਦਾ ਨਾਮ ਹੈ ਭਾਲਾ, ਦੂਸਰਾ ਨਾਮ ਹੈ ਤੀਰ। ਪੰਥ ਦੇ ਵਾਲੀ ਸਤਿਗੁਰੂ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਸ਼ਸਤਰ ਨੂੰ ਆਪਣੇ ਕਰ ਕਮਲਾਂ 'ਚ ਸੁਭਾਏਮਾਨ ਕਰਕੇ ਹੱਥਾਂ 'ਚ ਪਕੜ ਕਰਕੇ ਸਤਿਗੁਰੂ ਪਾਤਸ਼ਾਹ ਟਹਿਲਿਆ ਕਰਦੇ ਸਨ। ਸੈਰ ਕਰਨ ਦੇ ਸਮੇਂ, ਟਹਿਲਣ ਦੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਇਸ ਸ਼ਸਤਰ ਨੂੰ ਕਰ ਕਮਲਾਂ 'ਚ ਪਕੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਟਹਿਲਦੇ ਸਨ। ਗਾਹੇ ਬਗਾਹੇ ਅਚਨਚੇਤ ਕੋਈ ਦੁਸ਼ਮਣ ਵੈਰੀ ਹਮਲਾ ਕਰ ਦਵੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਸ਼ਸਤਰ ਦਾ ਵਾਰ ਕਰਕੇ ਉਸ ਨੂੰ ਪਾਰ ਬੁਲਾ ਦਿਆ ਕਰਦੇ ਸਨ। ਫੌਲਾਦ ਦਾ ਬਣਿਆ ਹੋਇਆ ਬੜਾ ਤਿੱਖਾ, ਭਰਵਾਂ ਤੇ ਗਹਿਰਾ ਵਾਰ ਕਰਨ ਵਾਲਾ ਇਹ ਪਾਵਨ ਸ਼ਸਤਰ ਹੈ, ਜਿਸ ਦਾ ਨਾਮ ਹੈ ਭਾਲਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕਰ ਕਮਲਾਂ ਦੀ ਸ਼ੋਭ ਪ੍ਰਾਪਤ ਤੇ ਭਾਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸ਼ੋਭਾ ਪਾ ਰਿਹਾ ਹੈ। ਇਸ ਤੋਂ ਇਲਾਵਾ ਸਾਧ ਸੰਗਤ ਜੀ, ਆਪ ਜੀ ਜਦੋਂ ਪਰਿਕਰਮਾ ਕਰਦੇ ਹੋਏ ਦਰਸ਼ਨ ਕਰੋਗੇ ਤਾਂ ਸਾਹਮਣੇ ਕੰਧ ਦੇ ਨਾਲ ਅੰਦਰ ਤੰਬੂ ਸਾਹਿਬ ਜੀ ਦੇ ਵਿੱਚ ਸ਼ੀਸ਼ੇ ਦਾ ਬਾਕਸ ਲੱਗਾ, ਉਸ ਦੇ ਵਿੱਚ 5 ਤੀਰ ਕਾਨੀ ਵਾਲੇ, 1 ਤੀਰ ਸਰਬਲੋਹ ਦਾ ਕਲਗੀਧਰ ਪਾਤਸ਼ਾਹ ਜੀ ਦੇ ਪੱਥੇ ਦੇ ਤੀਰ ਹਨ। ਇੱਕ ਛੋਟੀ ਸ੍ਰੀ ਸਾਹਿਬ ਜਿਸ ਦੀ ਲੰਬਾਈ 3.5 ਇੰਚ ਹੈ, ਸਤਿਗੁਰੂ ਕਲਗੀਧਰ ਜੀ ਕੇਸਾਂ 'ਚ ਸਜਾਇਆ ਕਰਦੇ ਸਨ। ਜਦੋਂ ਆਪ ਜੀ ਦਰਸ਼ਨ ਕਰਦੇ ਹੋਏ ਇਸ ਪਾਸੇ ਆਓਗੇ ਤਾਂ ਦਰਸ਼ਨ ਕਰੋਗੇ ਸਭ ਤੋਂ ਉੱਪਰ ਪੋਥੀ ਸਾਹਿਬ ਜਿਸ ਦੇ 300 ਪੱਤਰੇ ਹਨ, ਹੱਥ ਲਿਖਤ ਕਲਗੀਧਰ ਪਾਤਸ਼ਾਹ ਜੀ। ਉਸ ਤੋਂ ਥੱਲੇ ਚੋਲਾ ਸਾਹਿਬ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਜੋ ਸਾਹਿਬਾਂ ਨੇ ਭਾਈ ਰਾਮ ਸਿੰਘ, ਭਾਈ ਤਲੋਕ ਸਿੰਘ ਨੂੰ ਬਖਸ਼ਿਸ਼ ਕੀਤਾ ਸੀ। ਸੋ ਉਸ ਤੋਂ ਥੱਲੇ ਸੋਹਣੀ ਸੁਨਹਿਰੀ ਪਾਲਕੀ ਹੈ। ਪਾਲਕੀ ਦੇ ਵਿੱਚ ਪੰਥ ਦੇ ਵਾਲੇ ਕਲਗੀਧਰ ਜੀ ਦੇ ਪਾਵਨ ਕੇਸ, ਸਤਿਗੁਰੂ ਕਲਗੀਧਰ ਜੀ ਦਾ ਪਾਵਨ ਕੰਘਾ ਔਰ ਛੋਟੀ ਦਸਤਾਰ ਸੁਸ਼ੋਭਿਤ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਭਗਾਣੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤੇ ਸਨ। ਸੋ ਇਹ ਮਹਾਨ ਅਮੋਲਕ ਇਤਿਹਾਸਕ ਵਸਤੂਆਂ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਹਨ ਤੰਬੂ ਸਾਹਿਬ ਜੀ ਦੇ ਵਿੱਚ। ਸੋ ਆਪ ਜੀ ਪਰਿਕਰਮਾ ਕਰਦੇ ਹੋਏ ਪਰਿਕਰਮਾ ਦੌਰਾਨ ਇਹਨਾਂ ਮਹਾਨ ਵਡਮੁੱਲੀਆਂ, ਮਹਾਨ ਅਮੋਲਕ ਸਤਿਗੁਰੂ ਪਾਤਸ਼ਾਹ ਜੀ ਦੀਆਂ ਵਸਤੂਆਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਲਾਹਾ ਪ੍ਰਾਪਤ ਕਰੋ ਜੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਰ ਐਤਵਾਰ, ਹਰ ਬੁੱਧਵਾਰ ਵਾਲੇ ਦਿਨ ਦੇ 12 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਨਹੀਂ ਕੀਤਾ, ਬੇਨਤੀ ਹੈ ਕਿ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੋ, ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਹੋਵੇਗਾ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਇਸੇ ਤਰ੍ਹਾਂ ਸਾਰਾ ਦਿਨ ਦੀਵਾਨ ਸੱਜਣਗੇ। ਗੁਰੂ ਕੇ